ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਇ ਭਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛੁਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰਿ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰਿ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹਾੜ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਹੁਣ ਜੋ ਅਸੀਂ ਪਾਵਨ ਬਾਣੀ ਦਾ ਸ਼ਬਦ ਸੁਣਿਆ ਹੈ, ਇਹ ਪਾਵਨ ਸ਼ਬਦ ਮਾਝ ਰਾਗ ਦੇ ਅੰਦਰ 12 ਮਹਾਨਾਮੇ ਬਾਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 134 ਦੇ ਉੱਤੇ ਪੰਚਮ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਹੋਇਆ ਹੈ। 12ਵਾਂ ਬਾਣੀ ਦੀ ਇਹ 5ਵੀਂ ਪੌੜੀ ਹੈ। ਹਾੜ ਦੇ ਮਹੀਨੇ ਦੀ ਆਰੰਭਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਰਹੇ ਹਨ। ਕੀ ਕਹਿੰਦੇ ਹਨ? ਆਸਾੜ ਤਪੰਦਾ ਤਿਸ ਲੱਗੈ। ਹਾੜ ਦਾ ਮਹੀਨਾ ਬੜਾ ਗਰਮੀ ਭਰਿਆ ਹੁੰਦਾ ਹੈ, ਜਿਹਦੇ ਵਿੱਚ ਬੜੀ ਤਪਸ਼ ਹੁੰਦੀ ਹੈ, ਗਰਮੀ ਹੁੰਦੀ ਹੈ। ਪਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਆਸਾੜ ਤਪੰਦਾ ਤਿਸ ਲੱਗੈ। ਕਹਿੰਦੇ ਹਾੜ ਦਾ ਮਹੀਨਾ ਉਹਨਾਂ ਨੂੰ ਬੜਾ ਗਰਮ ਲੱਗਦਾ ਹੈ। ਕਿਹਨਾਂ ਨੂੰ ਜੀ? ਹਰ ਨਾਹੋ ਨਾ ਜਿੰਨਾ ਪਾਸ। ਸਤਿਗੁਰੂ ਜੀ ਕਹਿੰਦੇ ਹਾੜ ਦਾ ਜਿਹੜਾ ਮਹੀਨਾ ਉਹਨਾਂ ਨੂੰ ਤਪੰਦਾ, ਤਪਸ਼ਾਂ ਵਾਲਾ ਲੱਗਦਾ ਹੈ, ਜਿਨ੍ਹਾਂ ਦੇ ਕੋਲ ਹਰੀ ਪ੍ਰਮਾਤਮਾ, ਜਿਨ੍ਹਾਂ ਦੇ ਕੋਲ ਨਹੀਂ ਵਸਦਾ। ਜਾਂ ਇਉਂ ਕਹਿ ਲਓ ਕਿ ਉਹਨਾਂ ਦੇ ਹਿਰਦੇ ਵਿੱਚ ਹਰ ਵਕਤ ਐਸਾ ਸਾੜਾ ਪੈਂਦਾ ਰਹਿੰਦਾ ਹੈ ਵਿਕਾਰਾਂ ਦਾ, ਕਿ ਉਹ ਅੰਦਰੋਂ ਤਪਦੇ ਹੀ ਰਹਿੰਦੇ ਆ। ਬਾਹਰਲੀ ਗਰਮੀ ਤੇ ਪੈਂਦੀ ਹੈ, ਸਾਰਿਆਂ ਤੇ ਪੈਂਦੀ ਹੈ, ਪਰ ਕੁਝ ਐਸੇ ਵੀ ਹਨ ਜਿਹੜੇ ਬਾਹਰਲੀ ਗਰਮੀ ਦੇ ਵਿੱਚ ਵੀ ਸਾਧ ਸੰਗਤ ਜੀ ਅੰਦਰੋਂ ਠੰਡੇ ਰਹਿੰਦੇ ਆ, ਹਮੇਸ਼ਾ ਹੀ ਸ਼ਾਂਤ ਰਹਿੰਦੇ ਆ। ਪਰ ਕਈ ਐਸੇ ਹੈ ਜਿਹੜੇ ਅੰਦਰੋਂ ਤਪਦੇ ਹੀ ਰਹਿੰਦੇ ਹੈ। ਕਾਰਨ ਇਹ ਹੈ ਵੀ ਹਰ ਨਾਮ ਨਾ ਜਿਨ੍ਹਾਂ ਪਾਸ, ਹਰ ਨਾਹੋ ਨਾ ਜਿਨ੍ਹਾਂ ਪਾਸ। ਜਿਨ੍ਹਾਂ ਦੇ ਕੋਲ ਪ੍ਰਮਾਤਮਾ ਨਾ ਹੋਵੇ, ਅੰਦਰੋਂ ਤਪੇ ਹੁੰਦੇ ਨੇ। ਛੋਟੀ ਜਿਹੀ ਗੱਲ ਤੇ ਭੈੜੇ ਬੋਲ ਬੋਲਣੇ, ਮਾੜਾ ਬੋਲਣਾ, ਇਹ ਬਹੁਤ ਮਾੜੀ ਕਹਿ ਲਓ ਕਿ ਤਪਸ਼ ਹੈ ਅੰਦਰ ਦੀ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਇਹ ਗੁਰਮੁਖ ਉਹਨਾਂ ਦੇ ਵਿੱਚ ਹੁੰਦੀ ਹੈ ਜਿਨ੍ਹਾਂ ਦੇ ਕੋਲ ਹਰੀ ਪ੍ਰਮਾਤਮਾ ਨਹੀਂ ਹੈ, ਜਾਂ ਜਿਨ੍ਹਾਂ ਦੇ ਅੰਤःਕਰਨ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਸਾਖਿਆਤਕਾਰ ਨਹੀਂ ਹੋਏ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਜਗਤ ਦੇ ਜੀਵਨ ਨੂੰ ਦੇਣ ਵਾਲੇ, ਜਗਤ ਨੂੰ ਜੀਵਨ ਦੇਣ ਵਾਲਾ ਕੌਣ ਹੈ? ਪ੍ਰਮਾਤਮਾ ਹੈ, ਵਾਹਿਗੁਰੂ ਹੈ, ਅਕਾਲ ਪੁਰਖ ਹੈ। ਸਤਿਗੁਰੂ ਜੀ ਕਹਿ ਰਹੇ ਨੇ ਕਿ ਜਿਹੜੇ ਵਾਹਿਗੁਰੂ ਨੇ ਪੂਰੀ ਦੁਨੀਆ ਨੂੰ ਜੀਵਨ ਦਿੱਤਾ ਹੈ, ਜਗਤ ਨੂੰ
ਜੀਵਨ ਦਿੱਤਾ ਹੈ, ਉਸ ਵਾਹਿਗੁਰੂ ਨੂੰ ਵਿਸਾਰ ਕੇ ਐਸਾ ਬੰਦਾ ਤਪਦਾ ਹੀ ਰਹਿੰਦਾ ਹੈ, ਜਿਹੜੇ ਬੰਦੇ ਨੂੰ ਬੰਦਿਆਂ ਦੀ ਆਸ ਲੱਗੀ ਰਹਿੰਦੀ ਹੈ ਕਿ ਮੇਰਾ ਕੰਮ ਉਹ ਸਵਾਰ ਦੇਗਾ, ਮੈਂ ਉਹਦੇ ਕੋਲ ਚਲਾ ਜਾਵਾਂ। ਠੀਕ ਹੈ, ਦੁਨੀਆ ਦੇ ਵਿੱਚ ਬੰਦਾ ਬੰਦੇ ਦੀ ਦਾਰੂ ਹੈ, ਪਰ ਸਭ ਕੁਝ ਬੰਦਾ ਨਹੀਂ ਹੈ। ਮਹਾਰਾਜ ਤੇ ਭਾਈ ਗੁਰਦਾਸ ਜੀ ਤੇ ਕਹਿੰਦੇ, ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਹੋ ਜਿਹੇ ਬੰਦਿਆਂ ਦੀ ਆਸ ਰੱਖਣੀ ਜਿਹੜੇ ਆਪ ਤਪਦੇ ਪਏ ਹਨ ਹਾੜ ਦੇ ਮਹੀਨੇ ਦੀ ਤਰ੍ਹਾਂ, ਇਹ ਤੇ ਬਹੁਤ ਬੇਸਮਝੀ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਆ ਕਈ ਬੰਦੇ ਐਸੇ ਹੁੰਦੇ ਸਾਧ ਸੰਗਤ ਬਹੁਤ ਤਪਦੇ ਹੀ ਹੁੰਦੇ ਆ, ਹਮੇਸ਼ਾ ਹੀ ਅੱਗ ਦੀ ਤਰ੍ਹਾਂ ਹੀ। ਸਤਿਗੁਰੂ ਕਹਿੰਦੇ ਭਾਈ ਕਈ ਇਨਸਾਨ ਇਸ ਤਰ੍ਹਾਂ ਦੇ ਵੀ ਹਨ ਵੀ ਪ੍ਰਮਾਤਮਾ ਨੂੰ ਛੱਡ ਕੇ ਮਨੁੱਖਾਂ ਦੀ ਆਸ ਰੱਖਦੇ ਹਨ, ਜਿਹੜੇ ਉਹ ਸਮਝੋ ਹਾੜ ਦੇ ਮਹੀਨੇ ਵਿੱਚ ਤਪਦੇ ਹੀ ਰਹਿਣੇ ਆ। ਇਹੋ ਜਿਹੇ ਬੰਦਿਆਂ ਦੀ ਫਿਰ ਹਾਲਤ ਕੀ ਹੁੰਦੀ ਹੈ ਉਹ ਵੀ ਦੱਸਦੇ ਹਨ। ਦੋਇਆ ਭਾਏ ਵਿਗੁਚੀ ਹੈ, ਇਹਨੂੰ ਦੋਇਆ ਉਚਾਰਨ ਕਰਨਾ ਹੈ। ਉਹ ਇਸ ਤਰ੍ਹਾਂ ਦੇ ਇਨਸਾਨ ਦੁਆਇਤ ਵਿੱਚ ਲੱਗੇ ਹੋਏ ਹੁੰਦੇ ਆ। ਜਿਹਨੇ ਦੁਆਇਤ ਕੀ ਹੈ, ਕਿਸੇ ਦੀ ਚੁਗਲੀ ਕਰ ਲਈ, ਕਿਸੇ ਦੀ ਨਿੰਦਿਆ ਕਰ ਲਈ, ਕੋਈ ਝਗੜਾ ਖੜਾ ਕਰ ਲਿਆ, ਕਦੇ ਕੁਛ ਕਰ ਲਿਆ, ਬਸ ਇਹਨਾਂ ਚੀਜ਼ਾਂ 'ਚ ਵਿਗੁਚੀ ਖੁਆਰ ਹੋਏ ਰਹਿੰਦੇ ਆ। ਦੁਆਇਤ ਦੀਆਂ ਗੱਲਾਂ 'ਚ ਉਹਨਾਂ ਨੂੰ ਰਸ ਮਿਲਦਾ ਹੈ। ਬੜੇ ਲੋਕਾਂ ਨੂੰ ਤੁਸੀਂ ਵੇਖੋਗੇ ਉਹਨਾਂ ਨੂੰ ਇੱਦਾਂ ਰਸ ਜਿਹਾ ਮਿਲਦਾ ਇਹਨਾਂ ਗੱਲਾਂ 'ਚ। ਮਹਾਰਾਜ ਕਹਿੰਦੇ ਇਹ ਇਨਸਾਨ ਦੂਈ ਭਾਵ 'ਚ ਫਸੇ ਹੀ ਰਹਿੰਦੇ ਹੈ, ਵਿਗੁੱਚੇ ਨੇ, ਖੱਜਲ ਹੋਏ ਨੇ, ਖੁਆਰ ਹੋਏ ਨੇ, ਖਰਾਬ ਹੁੰਦੇ ਰਹਿੰਦੇ ਹਨ। ਮਹਾਰਾਜ ਕਹਿੰਦੇ ਪਰ ਅੰਤ ਨੂੰ ਗਲ ਪਈ ਸੋ ਜਮ ਕੀ ਫਾਸ। ਇਹਨਾਂ ਦੇ ਗਲ ਦੇ ਵਿੱਚ ਸਾਧ ਸੰਗਤ ਜੀ ਫਿਰ ਜਮਦੂਤਾਂ ਦੀ ਵੀ ਫਾਹੀ ਪੈਂਦੀ ਆ। ਅੰਤ ਨੂੰ ਮੌਤ ਦੀ ਫਾਹੀ ਤਾਂ ਚਲੋ ਸਭ ਦੇ ਪੈਣੀ ਓ ਪੈਣੀ ਹੈ, ਪਰ ਪਰਮੇਸ਼ਰ ਤੋਂ ਟੁੱਟ ਕੇ ਜਿਹੜੀ ਦੂਜੀ ਮਾਇਆ ਹੈ, ਪਰਮੇਸ਼ਰ ਦਾ ਤਿਆਗ ਕਰਕੇ ਇਹ 'ਚ ਦੁਆਇਤ 'ਚ ਪਏ ਰਹਿਣਾ, ਮਹਾਰਾਜ ਕਹਿੰਦੇ ਅੰਤ ਨੂੰ ਇਹ ਜਮਾਂ ਦੀ ਫਾਹੀ ਇਹਨਾਂ ਦੇ ਗਲ 'ਚ ਪੈਣੀ ਹੈ। ਇਹਨਾਂ ਨੂੰ ਛਡਾਉਣਾ ਕਿਸੇ ਨੇ ਨਹੀਂ। ਦੂਜੀ ਮਾਇਆ ਜਗਤ ਚਿਤਵਾਸ। ਇਉਂ ਭਾਈ ਜਿਹੜਾ ਗੁਰਮੁਖ ਹੈ, ਗੁਰਸਿੱਖ ਹੈ, ਉਹ ਇਸ ਗੱਲ ਨੂੰ ਹਮੇਸ਼ਾ ਰੱਖਦਾ ਧਿਆਨ ਵੀ ਦੂਈ 'ਚ ਨਾ ਫਸਿਆ ਜਾਵੇ। ਜਪਹੁ ਤਾ ਇੱਕੋ ਨਾਮਾ, ਬਸ ਇਸ ਚੀਜ਼ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ। ਜਿਹਾ ਬੀਜੈ ਸੋ ਲੁਣੈ। ਸਤਿਗੁਰੂ ਜੀ ਕਹਿੰਦੇ ਮਰਜ਼ੀ ਹੈ ਤੇਰੀ, ਤੂੰ ਹੁਣ ਕਿਰਸਾਨ ਹੈ, ਚੰਗਾ ਕੰਮ ਕਰ ਲੈ, ਚੰਗੀ ਖੇਤੀ ਬੀਜ ਲੈ। ਅੰਤ ਨੂੰ ਵੱਢਣੀ ਤਾਂ ਤਈ ਹੈ, ਜੋ ਬੀਜੇਗਾ ਅੰਤ ਨੂੰ ਵੱਢੇਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਇਹ ਵੀ ਮਹਾਰਾਜ ਜੀ ਬਾਣੀ 'ਚ ਲਿਖਦੇ ਆ। ਫਿਰ ਜੈਸਾ ਬੀਜ ਹੈ ਤੈਸਾ ਖਾਸਾ, ਗੌੜੀ ਰਾਗ 'ਚ ਪੰਚਮ ਪਾਤਸ਼ਾਹ ਕਹਿੰਦੇ ਆ। ਇਸ ਲਈ ਜਿਹਾ ਬੀਜੈ ਸੋ ਲੁਣੈ, ਜਿਹੋ ਜਿਹਾ ਇਹ ਤੇਰੇ ਕੋਲ ਮਤਲਬ ਸਰੀਰ ਇੱਕ ਤਰ੍ਹਾਂ ਦਾ ਖੇਤ ਹੈ, ਇਹਦੇ ਵਿੱਚ ਕਰਮਾਂ ਦਾ ਜਿੱਦਾਂ ਦਾ ਵੀ ਤੂੰ ਬੀਜ ਬੀਜੇਂਗਾ ਉਹੀ ਫਲ ਲੁਣਾ ਜਿਹੜੀ ਵੱਢਣਾ ਪਊਗਾ ਅੰਤ ਨੂੰ। ਜੋ ਬੀਜ ਲੇਂਗਾ ਕਰਮ ਇਸ ਹੱਥਾਂ ਦੇ ਨਾਲ, ਪੈਰਾਂ ਦੇ ਨਾਲ, ਜੋ ਕੁਛ ਕਰ ਲੇਂਗਾ ਕਰਮ ਇੰਦਰੀਆਂ ਦੇ ਨਾਲ, ਜਿਵੇਂ ਇੱਕ ਕਿਸਾਨ ਜੋ ਬੀਜਦਾ ਹੈ ਖੇਤ ਵਿੱਚ ਉਹੀ ਉੱਗਦਾ ਉਹਦੇ ਵਿੱਚ। ਇੱਦਾਂ ਕਦੇ ਨਹੀਂ ਹੁੰਦਾ ਕਿ ਘਰਾਂ ਬੀਜੇ ਤੇ ਅੰਤ ਨੂੰ ਉੱਥੋਂ ਬਜੌਰ ਦੇਸ਼ ਦੀਆਂ ਦਾਖਾਂ ਉੱਗੀਆਂ ਹੋਣਗੀਆਂ, ਐਸਾ ਨਹੀਂ ਹੈ। ਇਸ ਲਈ ਇਹ ਇਨਸਾਨ ਧਿਆਨ ਨਾਲ ਬੀਜੀ, ਬਾਅਦ 'ਚ ਕਿਸੇ ਨੂੰ ਉਲਾਂਭਾ ਦੇਣ ਜੋਗਾ ਵੀ ਨਹੀਂ ਹੈ ਤੂੰ ਕਿ ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਕਿਉਂਕਿ ਤੈਨੂੰ ਹੁਣ ਮੌਕਾ ਦਿੱਤਾ ਹੈ, ਤੈਨੂੰ ਹੁਣ ਤਾਕਤ ਦਿੱਤੀ ਹੈ, ਤੈਨੂੰ ਬੁੱਧੀ ਦਿੱਤੀ ਹੈ, ਅਕਲ ਦਿੱਤੀ ਹੈ, ਕੰਮ ਕਰਨ ਲਈ ਵਾਹਿਗੁਰੂ ਨੇ ਤੈਨੂੰ ਸੁਤੰਤਰਤਾ ਵੀ ਇੰਨੀ ਦਿੱਤੀ ਹੈ ਵੀ ਚੰਗੇ ਕੰਮ ਵੀ ਕਰ ਸਕਦਾ, ਮਾੜੇ ਵੀ ਲੋਕੀ ਕਰੀ ਜਾਂਦੇ ਹਨ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆ
ਜੋ ਕਰਮ ਪ੍ਰਾਲਬਧ ਵਿੱਚ ਕਮਾਏ ਉਹੀ ਮੱਥੇ ਜਾਣੀ ਮਸਤਕ ਉੱਤੇ ਲਿਖਿਆਸ ਲਿਖੇ ਜਾਂਦੇ ਹਨ। ਜੋ ਤੂੰ ਕੀਤਾ ਜੋ ਹੁਣ ਕਰ ਰਹੇਗਾ ਕਿਰਿਆ ਕਰੇਂਗਾ ਇਹਨੂੰ ਕਿਰੇਮਾਨ ਕਰਮ ਕਹਿ ਦਿੰਦੇ ਹਨ ਸਾਧ ਸੰਗਤ ਜੀ। ਇਹੀ ਇਕੱਠੇ ਹੋ ਜਾਂਦੇ ਉਹਨਾਂ ਨੂੰ ਸੰਚਿਤ ਕਰਮ ਕਹਿ ਦਿੰਦੇ। ਤੇ ਫਿਰ ਉਹਨਾਂ ਇਕੱਠੇ ਹੋਇਆਂ ਤੋਂ ਫਿਰ ਬੰਦੇ ਦੇ ਭਾਗ ਬਣਦੇ ਅਗਲੇ। ਫਿਰ ਪ੍ਰਾਲਬਧ ਜਿਹਨੂੰ ਕਹਿ ਦਿੰਦੇ, ਜਿਹਦੇ ਵਿੱਚ ਉਮਰ ਹੁੰਦੀ ਹੈ, ਜਿਹਦੇ ਵਿੱਚ ਸਰੀਰ ਹੁੰਦਾ ਹੈ, ਜਨਮ ਹੁੰਦਾ ਹੈ, ਮਾਤਾ ਪਿਤਾ ਹੁੰਦੇ ਹਨ। ਫਿਰ ਉਹ ਮੱਥੇ ਦੇ ਲਿਖੇ ਜਾਂਦੀ ਲੇਖ ਚੰਗੇ ਮਾੜੇ ਦੇ। ਮਹਾਰਾਜ ਕਹਿੰਦੇ ਹੁਣ ਆ ਜਿਹੜਾ ਪ੍ਰੈਜ਼ੈਂਟ ਟਾਈਮ ਹੈ, ਇਹ ਟਾਈਮ ਹੈ, ਇਹੀ ਤੇਰੀ ਸੰਚਿਤ, ਇਹੀ ਤੇਰੀ ਪ੍ਰਾਲਬਧ, ਸਾਰਾ ਕੁਝ ਇਹੀ ਕਰਮ ਬਣਾਉਂਦੇ ਆ। ਅੱਜ ਚੰਗਾ ਕਰ ਲੈ, ਕੱਲ ਨੂੰ ਆਪਣੇ ਆਪ ਮੱਥੇ ਤੇ ਚੰਗਾ ਲਿਖਿਆ ਜਾਏਗਾ। ਹੁਣ ਚੋਂ ਹੀ ਕੱਲ ਬਣਨਾ। ਰਹਿਣ ਵਿਹਾਣੀ ਪਛੋਤਾਣੀ ਨਹੀਂ ਤੇ ਪਿਆਰਿਆ, ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਉਮਰ ਦੀ ਰਾਤ ਜਦੋਂ ਬੀਤ ਗਈ ਨਾ, ਪ੍ਰਭੂ ਦੀ ਪ੍ਰਾਪਤੀ ਤੋਂ ਬਿਨਾਂ ਲੰਘ ਜਾਣੀ ਹੈ ਸਾਧ ਸੰਗਤ। ਇਹਨੂੰ ਕੌਣ ਹੱਥ 'ਚ ਫੜ ਸਕਦਾ? ਕਿਤੇ ਕੋਈ ਆਖੇ ਵੀ ਮੈਂ ਇਹਨੂੰ ਹੱਥ 'ਚ ਫੜ ਲਵਾਂਗਾ ਸਮੇਂ ਨੂੰ, ਵਕਤ ਨੂੰ, ਨਾ। ਜਦੋਂ ਬਤੀਤ ਹੋ ਗਈ ਨਾ ਉਮਰ, ਫਿਰ ਪਛਤਾਵਾ ਹੀ ਰਹਿ ਜਾਂਦਾ। ਰਹਿਣ ਵਿਹਾਣੀ ਪਛੋਤਾਣੀ, ਜ਼ਿੰਦਗੀ ਦੀ ਰਾਤ ਜਦੋਂ ਬੀਤ ਜਾਂਦੀ, ਜਾਂ ਤਿੰਨੇ ਜਿਵੇਂ ਜਵਾਨੀ, ਬਚਪਨ, ਬੁਢੇਪਾ ਲੰਘ ਜਾਂਦੇ, ਜਿਵੇਂ ਰਾਤ ਲੰਘ ਜਾਂਦੀ ਬੰਦੇ ਦੀ। ਬਹੁਤ ਜ਼ਰੂਰੀ ਕੰਮ ਹੁੰਦਾ। ਕੋਈ ਬੰਦਾ ਕਿਤੇ ਜਾਣਾ ਹੋਵੇ, ਆਮ ਤੌਰ 'ਤੇ ਐਸਾ ਹੀ ਹੁੰਦਾ ਅਕਸਰ। ਜਦੋਂ ਕਿਤੇ ਜਾਣਾ ਹੋਵੇ ਬੰਦਾ ਥੱਕਦਾ ਤੇ ਕਹਿੰਦਾ ਲੈ ਮੈਂ ਥੋੜ੍ਹਾ ਜਿਹਾ ਲੇਟਾ ਮਾਰ ਲਾਂ, ਥੋੜ੍ਹਾ ਜਿਹਾ ਸੌਂ ਲਾਂ। ਉੱਦਾਂ ਭਾਵੇਂ ਕਦੇ ਨੀਂਦ ਨਾ ਆਵੇ, ਪਰ ਜਦੋਂ ਕਿਤੇ ਜਾਣਾ ਹੋਵੇ ਉਦੋਂ ਫਿਰ ਇੱਦਾਂ ਦੀ ਨੀਂਦ ਆਉਂਦੀ ਹੈ ਕਿ ਅੱਖੇ ਨਹੀਂ ਖੁੱਲ੍ਹਦੀ। ਭਾਈ ਗੁਰਦਾਸ ਜੀ ਨੇ ਆਖਿਆ ਕਿ ਜਿਵੇਂ ਕੋਈ ਬੰਦਾ ਸੁੱਤਾ ਰਹਿ ਜੇ ਤੇ ਸਾਥੀ ਅੱਗੇ ਲੰਘ ਜਾਣ, ਫਿਰ ਪਛਤਾਵਾ ਹੀ ਹੈ। ਜੈਸੇ ਨਿਸ ਸੋਬਤ ਸੰਗਾਤੀ ਚਲੇ ਜਾਤ, ਪਾਛੈ ਭੋਰ ਭਏ ਭਾਰ ਬਾਂਧ ਚਲੇ ਕਤ ਜਾਈਏ। ਰਾਤ ਨੂੰ ਸਾਥੀ ਚਲੇ ਜਾਣ, ਇਹ ਕਹੇ ਕੋਈ ਨਾ ਮੈਂ ਲੇਟ ਲਾਂ ਥੋੜ੍ਹਾ ਜਿਹਾ, ਬਸ ਲੇਟ ਹੀ ਹੋ ਗਿਆ। ਇੱਦਾਂ ਹੀ ਰਹਿਣ ਵਿਹਾਣੀ ਪਛੋਤਾਣੀ, ਜ਼ਿੰਦਗੀ ਦੀ ਰਾਤ ਜਦੋਂ ਬੀਤ ਗਈ ਫਿਰ ਪਛਤਾਵਾ ਹੀ ਹੁੰਦਾ ਹੈ। ਜਿਵੇਂ ਇੱਕ ਔਰਤ ਕਿਸੇ ਰਾਜੇ ਦੀ ਰਾਣੀ ਰਾਤ ਨੂੰ ਗੋਲੀਆਂ 'ਚ, ਨੌਕਰਾਣੀਆਂ 'ਚ, ਨੌਕਰਾਂ 'ਚ ਵਿਚਰਦੀ ਰਹੇ, ਉਹਨਾਂ 'ਚ ਪਰਚੀ ਰਹੇ। ਰਾਜਾ ਕੋਲ ਹੋਵੇ ਉਹਦੇ, ਪਰ ਉਹਦੇ ਨੇੜੇ ਹੀ ਨਾ ਜਾਵੇ, ਉਹਦੀ ਸੇਵਾ ਹੀ ਨਾ ਕਰ ਸਕੇ, ਉਹਦੇ ਨਾਲ ਬੈਠ ਨਾ ਸਕੇ, ਗੱਲਬਾਤ ਨਾ ਕਰੇ। ਐਵੇਂ ਦਿਨ ਲੰਘ ਜਾ, ਰਾਤ ਲੰਘ ਜਾਂਦੀ, ਦਿਨ ਹੋਈ ਫਿਰ ਬੜੀ ਪਛਤਾਉਂਦੀ। ਰਾਜਾ ਮੂੰਹ ਨਹੀਂ ਲਾਉਂਦਾ ਹੀਆਂ ਜੀਆਂ ਨੂੰ, ਫਿਰ ਪਛਤਾਉਂਦੀ ਆ, ਉਹ ਉੱਠ ਚੱਲੇ ਗਈ ਨਿਰਾਸ। ਇੱਦਾਂ ਹੀ ਜੀਵ ਇਸਤਰੀ, ਜੀਵ ਵੀ ਜਦੋਂ ਜ਼ਿੰਦਗੀ ਦੀ ਰਾਤ ਲੰਘ ਗਈ ਫਿਰ ਪਛਤਾਵਾ। ਜਦੋਂ ਇੱਥੋਂ ਗਈ ਨਾ, ਜਦੋਂ ਉੱਠ ਕੇ ਚੱਲਦੀ ਹੈ ਫਿਰ ਪਛਤਾਵਾ ਕਰਦੀ ਹੈ। ਓਹੋ ਤਪ ਤਪ ਲੋਹੇ ਲੋਹੇ ਹਾਥ ਮਰੋਰੋਂ, ਬਾਬਲ ਹੋਈ ਸੋ ਸਹ ਲੋਰੋਂ। ਫਿਰ ਬੜੇ ਪਛਤਾਵੇ ਕਰਦੀ ਹੈ। ਛੁਟਕਾਰਾ ਕਿਵੇਂ ਹੋ ਸਕਦਾ? ਪਾਤਸ਼ਾਹ ਜੀ ਕਿਰਪਾ ਕਰੋ। ਫਿਰ ਦੱਸਦੇ ਹਨ, ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਪਿਆਰਿਓ ਗੁਰਮੁਖੋ, ਜਿਨ੍ਹਾਂ ਗੁਰਮੁਖਾਂ ਜਗਿਆਸੂਆਂ ਨੂੰ, ਸਤਿਪੁਰਸ਼ਾਂ, ਸਾਧੂ ਜਣੀ ਸਾਧਨਾ ਵਾਲੇ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਰਗ ਤੇ ਚੱਲਣ ਵਾਲੇ, ਘਾਲਣਾ ਘਾਲ ਕੇ ਅਵਸਥਾ ਨੂੰ ਪ੍ਰਾਪਤ ਹੋਣ ਵਾਲੇ ਸਾਧਕ ਪੁਰਸ਼, ਸਾਧੂ ਜਨ, ਜਿਨ੍ਹਾਂ ਨੂੰ ਕਿਤੇ ਉਹ ਮਿਲ ਜਾਣ, ਫਿਰ ਸੋ ਦਰਗਹਿ ਹੋਏ ਖਲਾਸ। ਮਹਾਰਾਜ ਕਹਿੰਦੇ ਉਹ ਫਿਰ ਰੱਬ ਦੀ ਦਰਗਾਹ ਦੇ ਵਿੱਚ ਛੁਟਕਾਰਾ ਪਾਉਂਦੇ ਹਨ, ਮੁਕਤੀ ਪਾ ਲੈਂਦੇ ਆ। ਜਣੇ ਇੱਥੇ ਵੀ ਦੁਨੀਆ ਵਿੱਚ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਉਹ ਗੁਰਮੁਖ ਉਹ ਆਪਣੇ ਇੰਦਰੀਆਂ ਤੋਂ ਆਜ਼ਾਦ ਹੋ ਜਾਂਦੇ ਆ, ਆਪਣੀ ਅੰਤःਕਰਨ ਦੀ ਬਿਰਤੀ ਜਿਹੜੀ ਹੈ ਨਾ ਉਹਨੂੰ ਪ੍ਰਾਪਤ ਕਰ ਲੈਂਦੇ ਆ। ਜਿੰਨੀਆਂ ਵੀ ਬਿਰਤੀਆਂ ਨੇ, ਰਾਜਸੀ, ਤਾਮਸੀ, ਜਸ, ਜਿੰਨੀਆਂ ਬਿਰਤੀਆਂ ਵਿਸ਼ੇ ਵਿਕਾਰਾਂ ਦੀਆਂ, ਸਭ ਨਾਸ਼ ਹੋ ਜਾਂਦੀਆਂ ਨੇ।
ਉਹ ਦਰਗਾਹ ਦੇ ਵਿੱਚ ਵੀ ਪ੍ਰਮਾਤਮਾ ਦੇ ਦਰ ਤੇ ਬੰਦ ਖਲਾਸੀ ਜਣੀ ਛੁਟਕਾਰਾ ਹੋ ਜਾਂਦਾ ਹੈ। ਗੁਰਮੁਖਾਂ ਕੋਲ ਤਾਕਤ ਹੁੰਦੀ ਹੈ। ਕਿਉਂ? ਬਾਣੀ ਕਹਿੰਦੀ ਹੈ, ਆਪ ਮੁਕਤ ਕਰੈ ਸੰਸਾਰ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਬੇਨਤੀ ਕਰੀਏ ਮਹਾਰਾਜ ਦੇ ਅੱਗੇ, ਕਰ ਕਿਰਪਾ ਪ੍ਰਭ ਆਪਣੀ। ਹੇ ਮਹਾਰਾਜ, ਮੇਰੇ ਉੱਤੇ ਆਪ ਆਪਣੀ ਕਿਰਪਾ ਕਰੋ। ਕਿਰਪਾ ਵਿਦਵਾਨਾਂ ਨੇ 5 ਤਰ੍ਹਾਂ ਦੀ ਮੰਨੀ ਹੈ, 5 ਤਰੀਕਿਆਂ ਦੀ ਹੁੰਦੀ ਹੈ। ਇੱਕ ਪਰਮੇਸ਼ਰ ਦੀ ਕਿਰਪਾ ਹੋਣੀ, ਵਾਹਿਗੁਰੂ ਦੀ, ਜਿਹਦੇ ਨਾਲ ਸਾਨੂੰ ਮਨੁੱਖਾ ਜੀਵਨ ਮਿਲ ਗਿਆ, ਬਖਸ਼ਿਸ਼ ਹੋ ਗਈ। ਪਰਮੇਸ਼ਰ ਦੀ, ਵਾਹਿਗੁਰੂ ਦੀ ਪਹਿਲੀ ਕਿਰਪਾ। ਦੂਜੀ ਗੁਰੂ ਦੀ ਕਿਰਪਾ, ਇਹ ਵੀ ਲਾਜ਼ਮੀ ਹੈ ਜੀਵ ਦੇ ਉੱਤੇ। ਸਾਧ ਸੰਗਤ ਜੀ, ਗੁਰੂ ਕਿਰਪਾ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਪੂਰਾ ਹੀ ਨਾਮ ਬਖਸ਼ਦਾ ਹੈ। ਤੀਜੀ ਕਿਰਪਾ ਕਰਮਾਂ ਦੀ ਕਿਰਪਾ ਜੀ, ਚੰਗੀ ਬੁੱਧੀ ਦੀ ਪ੍ਰਾਪਤੀ ਹੋਣੀ। ਪਿਛਲੇ ਕੀਤੇ ਕਰਮ ਜਾਂ ਹੁਣ ਜੋ ਕਰਮ ਕਰਦੇ ਆ ਉਹਦੇ ਹਿਸਾਬ ਨਾਲ ਬੁੱਧੀ ਤੇ ਅਸਰ ਪੈਂਦਾ ਹੈ। ਤੀਜੀ ਸਾਧ ਸੰਗਤ ਦੀ ਕਿਰਪਾ। ਚੌਥੀ ਪਹਿਲੀ ਪਰਮੇਸ਼ਰ ਦੀ, ਦੂਜੀ ਗੁਰੂ ਦੀ, ਤੀਜੀ ਕਰਮਾਂ ਦੀ, ਚੌਥੀ ਸਾਧ ਸੰਗਤ ਦੀ ਕਿਰਪਾ। ਸਾਧ ਸੰਗਤ ਦੀ ਕਿਰਪਾ ਹੁੰਦੀ ਜਦੋਂ, ਫਿਰ ਉਹਦੇ ਨਾਲ ਰਹਿਣੀ, ਬਹਿਣੀ, ਸਹਿਣੀ, ਕਹਿਣੀ ਦਾ ਪਤਾ ਲੱਗਦਾ ਬੰਦੇ ਨੂੰ। ਕਿੱਥੇ ਗੱਲ ਕਹਿਣੀ ਹੈ, ਕਿਹੜੀ ਗੱਲ ਹੁਣ ਸਹਿ ਜਾਣੀ ਹੈ, ਕਿਵੇਂ ਰਹਿਣਾ ਹੈ, ਕਿਵੇਂ ਬਹਿਣਾ ਹੈ। ਪੰਜਵੀਂ ਜੀਵਾਂ ਦੀ ਆਪਣੀ ਆਪ ਤੇ ਆਪਣੀ ਕਿਰਪਾ। ਉਦਮ ਧਾਰਨਾ ਬਈ, ਉੱਠਣਾ ਬਈ, ਨਾਮ ਜਪਣਾ, ਇਹ ਤਾਂ ਆਪੇ ਕਰਨਾ ਪੈਣਾ। ਦੂਜਾ ਤੇ ਨਹੀਂ ਕਰ ਸਕਦਾ ਕੋਈ। ਦੂਜੇ ਵਾਲਾ ਨਾਲ ਵਾਲਾ ਉੱਠ ਕੇ ਬੈਠ ਜੇ, ਸੌਂ ਜੇ, ਆਪਣਾ ਸਿਮਰਨ ਕਰਨ ਲੱਗ ਜੇ, ਬਾਣੀ ਪੜ੍ਹ ਲੇ, ਉਹ ਤੇ ਹੋਣੀ ਕਿਰਪਾ। ਇਉਂ ਉਹਨਾਂ ਦੇ ਵਿੱਚੋਂ ਵਾਹਿਗੁਰੂ ਨੂੰ ਵੀ ਬੇਨਤੀ ਕਰ ਰਹੇ, ਕਰ ਕਿਰਪਾ ਪ੍ਰਭ ਆਪਣੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਉੱਤੇ ਆਪਣੀ ਕਿਰਪਾ ਕਰੋ, ਬਣਾਈ ਰੱਖੋ। ਪਹਿਲਾਂ ਵੀ ਬੜੀ ਕਿਰਪਾ ਕੀਤੀ ਹੈ, ਤੁਸੀਂ ਹੋਰ ਵੀ ਕਿਰਪਾ ਕਰੋ। ਤੇਰੇ ਦਰਸ਼ਨ ਹੋਏ ਪਿਆਸ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਬਣੀ ਰਹੇ। ਬਸ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਨ ਦਿਨ ਨੀਤ। ਮੈਂ ਬਸ ਤੇਰੇ ਦਰਸ਼ਨਾਂ ਦੀ, ਚਿੱਤਰ ਦਰਸ਼ਨ, ਸੁਪਨ ਦਰਸ਼ਨ, ਸਰਵਨ ਦਰਸ਼ਨ, ਪ੍ਰਤੱਖ ਦਰਸ਼ਨ, 4 ਤਰ੍ਹਾਂ ਦੇ ਦਰਸ਼ਨ ਮੰਨੇ ਆ। ਚਿੱਤਰ ਦਰਸ਼ਨ, ਕੋਈ ਫੋਟੋ ਬਣਾ ਲੈਂਦੇ ਕੋਈ ਗੁਰਮੁਖ ਪਿਆਰੇ, ਉਹਦੀ ਵੀ। ਸੁਪਨੇ 'ਚ ਦਰਸ਼ਨ ਹੋ ਜਾਣ। ਸਰਵਣ ਸੁਣਨਾ ਉਹਦੀਆਂ ਗੱਲਾਂ, ਇਹ ਵੀ ਉਹਦੇ ਦਰਸ਼ਨ ਨੇ ਇੱਕ ਤਰ੍ਹਾਂ ਦੇ। ਪ੍ਰਤੱਖ ਦਰਸ਼ਨ, ਤੇਰੇ ਦਰਸ਼ਨ ਹੋਏ ਪਿਆਸ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਹੋ ਜਾਏ। ਆਪ ਕਿਰਪਾ ਕਰਕੇ ਮੇਰੇ ਮਨ ਬੁੱਧ ਨੇਤਰਾਂ ਵਿੱਚ ਭਰਮ ਭੁਲੇਖੇ ਜਿਹੜੇ ਪਏ ਆ ਨਾ, ਹੇ ਵਾਹਿਗੁਰੂ, ਇਹ ਮੇਰੇ ਕੱਟ ਦਿਓ। ਪ੍ਰਤੱਖ ਹੋ ਕੇ ਦਰਸ਼ਨ ਦੇਣਾ ਕਰੋ। ਮੈਨੂੰ ਪਤਾ ਲੱਗ ਜਾਏ ਵੀ ਵਿਆਪਕ ਹੋ ਤੁਸੀਂ। ਮੈਨੂੰ ਐਸੀ ਮੱਤ ਬਖਸ਼ੋ ਕਿ ਤੁਸੀਂ ਘਟਾਂ 'ਚ ਵਿਆਪਕ ਹੋ। ਹੇ ਮੇਰੇ ਵਾਹਿਗੁਰੂ ਜੀ, ਮੇਰੇ ਅੰਦਰ ਉਹ ਜਿਹੜੀ ਸਮਝ ਆ ਜਾਏ, ਮੈਨੂੰ ਅਕਲ ਹੋ ਜਾਏ, ਮੈਨੂੰ ਪਿਆਸ ਬਖਸ਼ੋ। ਜੇ ਮੈਨੂੰ ਪਿਆਸ ਹੈ ਨਹੀਂ ਤੁਹਾਡੇ ਦਰਸ਼ਨਾਂ ਦੀ, ਜਿੰਨਾ ਸਮਾਂ ਪਿਆਸ ਨਾ ਹੋਵੇ ਉਤਨਾ ਸਮਾਂ ਸਾਧ ਸੰਗਤ ਜੀ ਬੰਦੇ ਨੂੰ ਅੰਮ੍ਰਿਤ ਵੀ ਕੌੜਾ ਲੱਗਦਾ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਹੇ ਸਤਿਗੁਰੂ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ, ਦੇਖੋ ਕਿੱਡੀ ਵੱਡੀ ਅਰਦਾਸ ਬੇਨਤੀ ਹੈ ਪ੍ਰਮਾਤਮਾ ਦੇ ਚਰਨਾਂ 'ਚ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਮੈਨੂੰ ਕੋਈ ਦੂਜਾ ਹੈ ਹੀ ਨਹੀਂ, ਕੋਈ ਵੀ ਨਹੀਂ। ਲੋਕ ਪਰਲੋਕ ਵਿੱਚ ਜੋ ਮੇਰੀ ਰੱਖਿਆ ਕਰਨ ਵਾਲਾ ਹੋਵੇ, ਤੁਹਾਡੇ ਤੋਂ ਬਿਨਾਂ ਇੱਕ ਵੀ ਨਹੀਂ ਹੈ। ਨਾਨਕ ਕੀ ਅਰਦਾਸ, ਮੇਰੀ ਹੈ ਵਾਹਿਗੁਰੂ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ। ਹੱਥ ਜੋੜ ਕੇ ਬੇਨਤੀ ਕਰ ਰਿਹਾ, ਮੈਨੂੰ ਆਪ ਤੋਂ ਬਿਨਾਂ ਕੋਈ ਰੱਖਣ ਵਾਲਾ ਨਹੀਂ, ਮੇਰਾ ਕੋਈ ਸਹਾਇਤਾ ਕਰਨ ਵਾਲਾ ਨਹੀਂ, ਮੇਰਾ ਕੋਈ ਸੱਜਣ ਨਹੀਂ, ਬੇਲੀ ਨਹੀਂ। ਪਾਤਸ਼ਾਹ ਜੀ, ਮੈਨੂੰ ਆਪਣਾ ਸੇਵਕ ਬਣਾ ਲਓ। ਫਿਰ ਜਦੋਂ ਇੱਦਾਂ ਜੀਵਨ ਹੁੰਦਾ, ਫਿਰ ਕਹਿੰਦੇ ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਫਿਰ ਇਹੀ ਹਾੜ ਦਾ ਮਹੀਨਾ ਉਹਨਾਂ ਨੂੰ ਸੋਹਣਾ ਲੱਗਣ ਲੱਗ ਜਾਂਦਾ ਹੈ। ਇਹਨਾਂ ਨੂੰ ਜੀ, ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਗੁਰਮੁਖਾਂ ਦਾ ਮਨ
ਹਰੀ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਕਰਨ ਲੱਗ ਜਾਏ, ਉਹਨਾਂ ਦੇ ਚਰਨਾਂ 'ਚ ਟਿਕ ਜਾਏ, ਵਾਹਿਗੁਰੂ ਨਾਲ ਪਿਆਰ ਪੈ ਜਾਏ। ਮਹਾਰਾਜ ਕਹਿੰਦੇ ਹਾੜ ਦਾ ਮਹੀਨਾ, ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖੋ ਇਹ ਚੰਗਾ ਲੱਗਣ ਲੱਗ ਜਾਂਦਾ। ਜਿਵੇਂ ਜੇ ਹਾੜ ਦੇ ਮਹੀਨੇ ਮੀਂਹ ਪੈ ਜਾਏ, ਚੰਗਾ ਪਾਣੀ ਭਰ ਜਾਏ, ਤਾਲ ਹਰੇ ਭਰੇ ਹੋ ਜਾਣ ਤੇ ਫਿਰ ਚੰਗਾ ਲੱਗਣ ਲੱਗ ਜਾਂਦਾ। ਇੱਦਾਂ ਹੀ ਜਿਸ ਗੁਰਮੁਖ ਦੇ ਉੱਤੇ ਪ੍ਰਮਾਤਮਾ ਦੇ ਚਰਨਾਂ 'ਚ ਵਾਸਾ ਹੋ ਜਾਏ ਤੇ ਕਿਰਪਾ ਰੂਪੀ ਮੀਂਹ ਪ੍ਰਮਾਤਮਾ ਦਾ ਵਰਸ ਜਾਏ, ਫਿਰ ਉਹਨਾਂ ਦਾ ਇਹ ਜੀਵਨ ਰੂਪੀ ਹਾੜ ਦਾ ਮਹੀਨਾ ਬੜਾ ਹੀ ਚੰਗਾ ਹੋ ਜਾਂਦਾ ਹੈ ਤੇ ਉਹਨਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਪਾਤਸ਼ਾਹ ਜੀ ਨੇ ਹਾੜ ਦੇ ਮਹੀਨੇ ਦੇ ਪ੍ਰਥਾਏ। ਸਤਿਗੁਰੂ ਜੀ ਕਹਿੰਦੇ ਹਨ, ਜਿਉਂ ਧਰਤੀ ਸੋਭ ਕਰੇ ਜਲ ਵਰਸੈ, ਕਿਉਂ ਸਿੱਖ ਗੁਰ ਮਿਲ ਬਿਗਸਾਈ। ਕਿਉਂ ਗੁਰੂ ਕੇ ਸਿੱਖ ਦਾ ਜੀਵਨ ਸਫਲ ਹੋ ਜਾਂਦਾ ਹੈ। ਅਸੀਂ ਹਾੜ ਦੇ ਮਹੀਨੇ ਦੀ ਪ੍ਰਥਾਏ ਉਪਦੇਸ਼ ਸੁਣਿਆ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ। ਲਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।